ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਮਤਿ ਦਾ ਫਰਮਾਨ ਹੈ, ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਭੁਣਹਣਾ ਚੱਲ ਨਾ ਸਕੇ ਉੱਪਰ ਕੀੜੀ, ਬਾਲੋਂ ਨਿੱਕੀ ਆਖੀਏ ਤੇਲ ਤਿਲੋਂ ਲੈ ਕੋਲੂ ਪੀੜੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਗੁਰਸਿੱਖ ਦਾ ਮਾਰਗ ਵਾ ਹੈ ਅਤ ਕਠਨ, ਲੇਕਿਨ ਜਿੰਨਾ ਇਹ ਕਠਨ ਅਸੀਂ ਤੁਰਦੇ ਹਾਂ ਇਹਦੇ ਉੱਤੇ ਓਨਾ ਹੀ ਸੁਖਾਲਾ ਹੁੰਦਾ ਜਾਂਦਾ ਹੈ। ਪਰ ਇਸ ਮਾਰਗ ਦੇ ਵਿੱਚ ਸਾਵਧਾਨੀ ਦੀ ਬੜੀ ਲੋੜ ਆ। ਮਹਾਂਪੁਰਖ ਇੱਥੋਂ ਤੱਕ ਦੱਸਦੇ ਆ ਕਿ ਜਿਹੜਾ ਗੁਰਮਤਿ ਦਾ ਪਾਂਧੀ ਹੈ ਨਾ, ਇਸ ਮਾਰਗ 'ਤੇ ਤੁਰਦਾ ਹੈ, ਉਹਨੂੰ ਅੱਗੇ ਫੂਕ ਕੇ ਕਦਮ ਰੱਖਣਾ ਪੈਂਦਾ ਹੈਗਾ, ਬੜਾ ਸੋਚ ਸਮਝ ਕੇ ਤੁਰਨਾ ਪੈਂਦਾ ਹੈਗਾ। ਇਹਦੇ ਬਹੁਤ ਸਾਰੇ ਕਾਰਨ ਹੈਗੇ ਆ। ਦੇਖੋ, ਕਾਰਨ ਜੋ ਇੱਕ ਗੁਰਬਾਣੀ ਨੇ ਸਾਨੂੰ ਦੱਸਿਆ ਉਹ ਕੀ ਹੈ। ਜਿਵੇਂ ਗੁਰਬਾਣੀ ਦਾ ਫਰਮਾਨ, ਕਬੀਰ ਗਰਬ ਨਾ ਕੀਜੀਏ ਰੰਕਨ ਹਸੀਏ ਕੋਏ, ਅਜੇ ਸੁਨਾਓ ਸਮੁੰਦ ਮੇ ਕਿਆ ਜਾਣਾ ਕਿਆ ਹੋਏ। ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਹੜਾ ਗਰਭ ਹੈ, ਹਉਮੈ ਹੈਗੀ ਆ, ਇਹ ਬੜੀ ਬਰੀਕ ਹੈਗੀ ਆ। ਇਸ ਕਰਕੇ ਜਿਉਂ ਸਿਮਰਨ ਦੇ ਵਿੱਚ ਤਰੱਕੀ ਹੁੰਦੀ ਤਿਉਂ ਹਉਮੈ ਵੀ ਵੱਧਦੀ ਹੈਗੀ ਆ। ਇਸ ਚੀਜ਼ ਦਾ ਬੜਾ ਖਿਆਲ ਰੱਖਣਾ ਪੈਂਦਾ ਹੈ। ਇਸ ਕਰਕੇ ਹਉਮੈ ਨਾ ਵਧੇ, ਹਉਮੈ ਤੋਂ ਬਚਣ ਵਾਸਤੇ ਸਾਨੂੰ ਬੜੇ ਯਤਨ ਕਰਨੇ ਪੈਂਦੇ ਆ। ਅਤੇ ਉਹ ਯਤਨ ਜਿਹੜਾ ਮੇਨ ਹੈ ਉਹ ਹੈਗਾ ਅਰਦਾਸ। ਸਾਨੂੰ ਗੁਰਸਿੱਖਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਚਾਹੀਦੀ ਆ। ਜਿਹੜੇ ਗੁਰਸਿੱਖ ਅਰਦਾਸ ਬੇਨਤੀ ਕਰਦੇ ਆ ਉਹ ਹਉਮੈ ਦੀ ਮਾਰ ਤੋਂ ਬਚ ਜਾਂਦੇ ਆ। ਲੇਕਿਨ ਜਿਹੜੇ ਗੁਰਸਿੱਖਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਨਹੀਂ ਕਰਦੇ ਉਹ ਫਿਰ ਹਉਮੈ ਦਾ ਸ਼ਿਕਾਰ ਹੋ ਜਾਂਦੇ ਆ, ਕਿਉਂਕਿ ਸਮਾਂ ਪਾ ਕੇ ਜਦ ਉਹਨਾਂ ਦੀ ਬੁਲੰਦੀ ਹੁੰਦੀ ਆ, ਇਹ ਹਉਮੈ ਜਿਹੜੀ ਆ ਇਹ ਹੌਲੀ ਹੌਲੀ ਉਹ ਇੱਕ ਬਕਰਾਲ ਰੂਪ ਧਾਰਨ ਕਰ ਜਾਂਦੀ ਆ। ਅਤੇ ਜਦੋਂ ਸਮਾਂ ਆਉਂਦਾ, ਜਦੋਂ ਗੁਰਸਿੱਖ ਦੇ ਸਿਰ ਚੜ੍ਹ ਬੋਲਦੀ ਆ, ਅਤੇ ਉਹਦੀ ਕੀਤੀ ਸਾਰੀ ਜ਼ਿੰਦਗੀ ਦੀ ਜਿਹੜੀ ਕਮਾਈ ਆ, ਤਰੱਕੀ ਆ, ਬੁਲੰਦੀ ਆ, ਉਸ ਨੂੰ ਇੱਕਦਮ ਪਹਾੜ ਵਾਂਗੂ ਥੱਲੇ ਸਿੱਟ ਦਿੰਦੀ ਆ, ਜਿਵੇਂ ਕਿਸੇ ਨੇ ਪਹਾੜ ਦੀ ਉੱਪਰੀ ਚੋਟੀ ਤੋਂ ਕਿਸੇ ਨੂੰ ਧੱਕਾ ਮਾਰ ਦਿੱਤਾ ਹੋਵੇ। ਸੋ ਇਸ ਤਰ੍ਹਾਂ ਅਗਰ ਕੋਈ ਪ੍ਰਾਣੀ ਇਸ ਪਹਾੜ ਦੀ ਬੁਲੰਦੀ ਦੀ ਚੋਟੀ ਤੋਂ ਥੱਲੇ ਡਿੱਗ ਪਵੇ ਅਤੇ ਉਹਦੀ ਜੋ ਹਾਲਤ ਹੁੰਦੀ ਫਿਰ ਉਹ ਹੀ ਜਾਣਦਾ ਹੈਗਾ। ਇਸ ਕਰਕੇ ਗੁਰਸਿੱਖ ਦੇ ਮਾਰਗ ਦੇ ਵਿੱਚ ਬੜੀ ਸਾਵਧਾਨੀ ਦੀ ਲੋੜ ਹੈਗੀ ਆ। ਅਤੇ ਅੱਜ ਦਾਸ ਇਸੇ ਹੀ ਵਿਸ਼ੇ ਦੇ ਉੱਤੇ ਭਾਈ ਸਾਹਿਬ ਭਾਈ ਸਰਵਣ ਸਿੰਘ ਦੇ ਜੀਵਨ ਦੀ ਇੱਕ ਅਨੋਖੀ ਦਾਸਤਾਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ ਕਿ ਕਿਵੇਂ ਭਾਈ ਸਰਵਣ ਸਿੰਘ ਜੀ ਚੜ੍ਹਦੀ ਕਲਾ ਦੀਆਂ ਉੱਪਰਲੀਆਂ ਬੁਲੰਦੀਆਂ 'ਤੇ ਪਹੁੰਚ ਕੇ ਦੇ ਹੋਏ ਵੀ ਅਖੀਰ ਇੱਕ ਸਮਾਂ ਆਇਆ ਜਦੋਂ ਬਿਲਕੁਲ ਥੱਲੇ ਡਿੱਗ ਪਏ। ਇਹਦਾ ਮੇਨ ਕਾਰਨ ਕੀ ਸੀ ਕਿ ਜਿਹੜੀ ਹਉਮੈ ਸੀਗੀ ਉਹ ਵਿਕਰਾਲ ਰੂਪ ਧਾਰਨ ਕਰਕੇ ਉਹਨਾਂ ਦੇ ਉੱਪਰ ਸਵਾਰ ਹੋ ਗਈ ਸੀ। ਸੋ ਦੇਖੋ, ਭਾਈ ਸਾਹਿਬ ਭਾਈ ਸਰਵਣ ਸਿੰਘ ਜੀ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦੇ ਜਥੇ ਤੋਂ ਕਿਸੇ ਟਾਈਮ ਅੰਮ੍ਰਿਤ ਛਕਿਆ ਸੀ, ਇਹਨਾਂ ਦੇ ਉੱਤੇ ਬੜੀ ਕਿਰਪਾ ਹੋਈ ਸੀ। ਔਰ ਕਿਰਪਾ ਵੀ ਇੰਨੀ ਛੇਤੀ ਹੋਈ ਕਿ ਇਹਨਾਂ ਨੂੰ ਕੁਛ ਪਤਾ ਨਹੀਂ ਲੱਗਾ। ਜੋ ਵੀ ਬਚਨ ਕਹਿੰਦੇ ਹੁੰਦੇ ਸੀ ਸੱਤ ਹੋ ਜਾਂਦਾ ਸੀਗਾ। ਰਿੱਧੀਆਂ ਸਿੱਧੀਆਂ ਭਾਈ ਸਾਹਿਬ ਭਾਈ ਸਰਵਣ ਸਿੰਘ ਜੀ ਦੇ ਕਦਮਾਂ ਦੇ ਉੱਤੇ ਹੱਥ ਜੋੜ ਬੰਨੀ ਖੜੀਆਂ ਰਹਿੰਦੀਆਂ ਸੀਗੀਆਂ। ਅਤੇ ਭਾਈ ਸਾਹਿਬ ਦਾ ਜਿਹੜਾ ਜੀਵਨ ਸੀਗਾ ਉਹ ਭਗਤੀ ਭਾਵ ਵਾਲਾ ਅਤੇ ਪਰਉਪਕਾਰੀ ਸੀਗਾ। ਇਸ ਕਰਕੇ ਭਾਈ ਸਰਵਣ ਸਿੰਘ ਹੋਣਾ ਦੇ ਬਹੁਤ ਸਾਰੇ ਉਹਨਾਂ ਸਮਿਆਂ ਦੇ ਵਿੱਚ ਸ਼ਰਧਾਲੂ ਬਣੇ ਆ। ਅਤੇ ਇਹਨਾਂ ਸ਼ਰਧਾਲੂਆਂ ਵਿੱਚੋਂ ਇੱਕ ਸੀ ਮਾਸਟਰ ਧਰਮ ਸਿੰਘ ਜੀ। ਇਹ ਜਿਹੜੇ ਮਾਸਟਰ ਧਰਮ ਸਿੰਘ ਸੀ ਉਹ ਭਾਈ ਸਾਹਿਬ ਦੇ ਇੰਨੇ ਸ਼ਰਧਾਲੂ ਹੁੰਦੇ ਸੀ ਕਿ ਜਦੋਂ ਵੀ ਮੌਕਾ ਮਿਲਦਾ ਸੀ ਨਰੰਗਾਬਾਦ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣ ਜਾ ਕੇ ਭਾਈ ਸਰਵਣ ਸਿੰਘ ਹੋਣਾ ਦੀ ਸਿਫਤ ਜ਼ਰੂਰ ਕਰਦੇ ਹੁੰਦੇ ਸੀਗੇ। ਇੱਕ ਵਾਰ ਉਹਨਾਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਇਹ ਵੀ ਦੱਸਿਆ ਸੀਗਾ ਕਿ ਇੱਕ ਵਾਰ ਜਦੋਂ ਉਹ ਬਿਮਾਰ ਹੋਏ ਸੀ, ਕਿਵੇਂ ਭਾਈ ਸਾਹਿਬ ਹੋਣਾ ਨੇ ਉਹਨਾਂ ਦਾ ਜਿਹੜਾ ਰੋਗ ਸੀ ਸਦਾ ਵਾਸਤੇ ਠੀਕ ਕਰ ਦਿੱਤਾ ਸੀ। ਕਿਉਂਕਿ ਭਾਈ ਧਰਮ ਸਿੰਘ ਹੋਣਾ ਨੂੰ ਕਿਸੇ ਟਾਈਮ TB ਦਾ ਰੋਗ ਹੋ ਗਿਆ ਸੀਗਾ, ਜਦ ਇਹ ਤਪਤਕ ਦਾ ਰੋਗ ਹੋਇਆ ਸੀ। ਔਰ ਖ਼ਾਸ ਕਰਕੇ ਭਾਈ ਧਰਮ ਸਿੰਘ ਹੋਣਾ ਦੇ ਜਿਹੜੇ ਸਹੁਰੇ ਸੀ ਉਹਨਾਂ ਨੇ ਇਹ ਕਹਿਤਾ ਕਿ ਇਸ ਰੋਗ ਦਾ ਜਿਹੜਾ ਹੈ ਨਾ ਇਲਾਜ ਨਹੀਂ ਹੈਗਾ। ਪਰ ਕਿਉਂਕਿ ਭਾਈ ਧਰਮ ਸਿੰਘ ਹੋਣਾ ਨੂੰ ਭਾਈ ਸਰਵਣ ਸਿੰਘ ਹੋਣਾ 'ਤੇ ਬੜਾ ਵਿਸ਼ਵਾਸ ਸੀ, ਇਸ ਕਰਕੇ ਉਹਨਾਂ ਨੇ ਆਪਣੀ ਇਸ ਬਿਮਾਰੀ ਦੀ ਗੱਲ ਭਾਈ ਸਰਵਣ ਸਿੰਘ ਹੋਣਾ ਨਾਲ ਕੀਤੀ। ਤਾਂ ਭਾਈ ਸਰਵਣ ਸਿੰਘ ਉਹਨਾਂ ਨੇ ਸੁੱਤੇ ਸਿਰ ਦੱਸ ਦਿੱਤਾ ਕਿ ਤੈਨੂੰ ਕੋਈ TB ਟਾਬੀ ਨਹੀਂ ਆ, ਐਵੇਂ ਨਾ ਸਹੁਰਿਆਂ ਦੀਆਂ ਗੱਲਾਂ ਦੇ ਵਿੱਚ ਆਇਆ ਕਰ। ਦੇਖੋ, ਇੰਨੀ ਗੱਲ ਹੋਈ ਸੀ ਅਤੇ ਜਿਹਨੂੰ ਸੁਣ ਕੇ ਭਾਈ ਧਰਮ ਸਿੰਘ ਹੋਣਾ ਦੇ ਮਨ ਦੇ ਵਿੱਚ ਬੜਾ ਧਰਵਾਸ ਵੱਧ ਗਿਆ ਸੀ। ਪਰ ਉਸ ਤੋਂ ਬਾਅਦ ਭਾਈ ਸਰਵਣ ਸਿੰਘ ਹੋਣਾ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦੇ ਨਾਲ ਇਸ ਸੰਬੰਧੀ ਵਿਚਾਰ ਕਰਕੇ ਇੱਕ ਅਖੰਡ ਪਾਠ ਸਾਹਿਬ ਰੱਖਣ ਦੀ ਜਿਹੜੀ ਸੀਗੀ ਉਹ ਸਾਰੀ ਗੱਲਬਾਤ ਭਾਈ ਧਰਮ ਸਿੰਘ ਹੋਣਾ ਦੇ ਨਾਲ ਕੀਤੀ ਸੀ। ਪਰ ਉਹਦੇ ਵਿੱਚ ਇਹ ਦੱਸਿਆ ਸੀਗਾ ਕਿ ਜਦੋਂ ਅਸੀਂ ਅਖੰਡ ਪਾਠ ਕਰਨਾ ਹੈ ਨਾ, ਸਾਰਾ ਅਖੰਡ ਪਾਠ ਸਾਹਿਬ ਦੀ ਬਾਣੀ ਸਰਵਣ ਕਰਨੀ ਪਊਗੀ। ਸੋ ਭਾਈ ਧਰਮ ਸਿੰਘ ਹੋਣਾ ਨੇ ਇਸੇ ਤਰ੍ਹਾਂ ਕੀਤੀ ਸੀ। ਜਦ ਅਖੰਡ ਪਾਠ ਦੀ ਆਰੰਭਤਾ ਹੋਈ ਆ ਅਤੇ ਇਸ ਦੀ ਸਮਾਪਤੀ ਤੱਕ ਭਾਈ ਧਰਮ ਸਿੰਘ ਹੋਣਾ ਨੇ ਬੈਠ ਕੇ ਸਾਰਾ ਪਾਠ ਆਪ ਸਰਵਣ ਕੀਤਾ ਸੀ। ਉਸ ਤੋਂ ਬਾਅਦ ਫਿਰ ਭਾਈ ਧਰਮ ਸਿੰਘ ਹੋਣਾ ਦੀ ਬਿਮਾਰੀ ਸੀ, ਖੰਭ ਲਾ ਕੇ ਉੱਡ ਗਈ ਸੀ। ਅਤੇ ਉਸ ਤੋਂ ਬਾਅਦ ਭਾਈ ਧਰਮ ਸਿੰਘ ਹੋਣੀ ਇੱਕ ਲੰਬੇਰੀ ਉਮਰ ਭੋਗ ਕੇ
ਉਹ ਫਿਰ ਸੁਰਗਵਾਸ ਹੋਏ ਸੀ। ਇਸੇ ਤਰ੍ਹਾਂ ਭਾਈ ਸਰਵਣ ਸੋਹਣਾ ਦੀ ਜਿਹੜੀ ਚੜ੍ਹਦੀ ਕਲਾ ਸੀ ਇਹ ਦੇਖਦੇ ਹੋਏ ਬਾਬਾ ਰਣਧੀਰ ਸਿੰਘ ਹੁੰਦੀ ਜਿੱਥੇ ਵੀ ਜਥਾ ਜਾਂਦਾ ਸੀ ਉੱਥੇ ਜ਼ਰੂਰ ਲੈ ਕੇ ਜਾਂਦੇ ਸੀ। ਇੱਕ ਵਾਰ ਕੀ ਹੋਇਆ, ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦਾ ਜਥਾ ਉਹਨਾਂ ਟਾਈਮਾਂ ਦੇ ਵਿੱਚ ਅੰਬਾਲੇ ਪਹੁੰਚਿਆ। ਅੰਬਾਲੇ ਇੱਕ ਪ੍ਰੇਮੀ ਸੀ ਜਿਨ੍ਹਾਂ ਦਾ ਨਾਂ ਸੀ ਬਾਬਾ ਮੱਲ ਸਿੰਘ ਜੀ। ਇਹ ਜਿਹੜੇ ਬਾਬੂ ਮੱਲ ਸਿੰਘ ਹੋਏ ਆ ਇਹ ਬੜੇ ਪ੍ਰੇਮੀ ਸੀ ਭਾਈ ਸਾਹਿਬ ਹੋਣਾ ਦੇ, ਅਤੇ ਭਾਈ ਰਣਧੀਰ ਸਿੰਘ ਹੋਣਾ ਨੇ ਇੱਥੇ ਹੀ ਬਾਬੂ ਮੱਲ ਸਿੰਘ ਦੇ ਘਰ ਦੇ ਵਿੱਚ ਜਿਹੜਾ ਸੀਗਾ ਉਹ ਦੀਵਾਨ ਲਾਉਣੇ ਸ਼ੁਰੂ ਕੀਤੇ। ਅਤੇ ਇੱਕ ਦਿਨ ਜਦੋਂ ਪਹਿਲੀ ਵਾਰ ਆਸਾ ਦੀ ਵਾਰ ਦਾ ਦੀਵਾਨ ਲਾਇਆ ਅਤੇ ਜਦ ਅੰਮ੍ਰਿਤ ਵੇਲਾ ਹੋਇਆ ਸਾਰੀ ਸੰਗਤ ਹਾਜ਼ਰ ਹੋਈ, ਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਦੇਖਿਆ ਕਿ ਇੱਥੇ ਭਾਈ ਸਰਵਣ ਸਿੰਘ ਅਤੇ ਉਹਨਾਂ ਦੇ ਸਾਥੀ ਉਹਨਾਂ ਨੂੰ ਨਜ਼ਰ ਨਹੀਂ ਆਏ। ਜਦ ਉਹਨੇ ਨਜ਼ਰ ਮਾਰ ਕੇ ਦੇਖਿਆ ਅਤੇ ਫਿਰ ਉਹਨੇ ਦੇਖਿਆ ਵੀ ਉਹ ਦੀਵਾਨ ਦੀ ਹਾਜ਼ਰੀ ਦੇ ਵਿੱਚ ਕਿਵੇਂ ਗੈਰ ਹਾਜ਼ਰ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਬਾਬੂ ਮੱਲ ਸਿੰਘ ਉਹਨਾਂ ਨੂੰ ਆਵਾਜ਼ ਮਾਰੀ ਕਿ ਤੁਸੀਂ ਜਾ ਕੇ ਭਾਈ ਸਰਵਣ ਸਿੰਘ ਨੂੰ ਉਠਾਓ ਅਤੇ ਉਹਨਾਂ ਨੂੰ ਕਹੋ ਭਾਈ ਛੇਤੀ ਦੀਵਾਨ ਦੇ ਵਿੱਚ ਹਾਜ਼ਰੀ ਭਰੋ। ਉਸ ਤੋਂ ਬਾਅਦ ਫਿਰ ਬਾਬੂ ਮੱਲ ਸਿੰਘ ਜੀ ਜਿਸ ਜਗ੍ਹਾ ਦੇ ਉੱਤੇ ਭਾਈ ਸਰਵਣ ਸਿੰਘ ਆਰਾਮ ਕਰ ਰਹੇ ਸੀ ਉਹਨਾਂ ਦੇ ਕੋਲ ਪਹੁੰਚੇ। ਜਦ ਕੀ ਦੇਖਿਆ, ਭਾਈ ਸਰਵਣ ਸਿੰਘ ਹੁਣੇ ਸੀ ਬਿਲਕੁਲ ਆਰਾਮ ਦੇ ਨਾਲ ਆਪਣੇ ਬੈੱਡ 'ਤੇ ਲੰਮੇ ਪਏ ਸੀ। ਉੱਥੇ ਜਾ ਕੇ ਬਾਬੂ ਮੱਲ ਸਿੰਘ ਹੁਣਾਂ ਨੇ ਭਾਈ ਸਰਵਣ ਸਿੰਘ ਜੀ ਦੇ ਅੱਗੇ ਰਜੋਈ ਕੀਤੀ ਕਿ ਤੁਹਾਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣਾਂ ਨੇ ਬੁਲਾਇਆ ਹੈ, ਅੰਮ੍ਰਿਤ ਵੇਲੇ ਦਾ ਦੀਵਾਨ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਸਦੀ ਵਾਰ ਦਾ, ਅਤੇ ਤੁਸੀਂ ਉੱਥੇ ਜਾ ਕੇ ਆਪਣੀ ਹਾਜ਼ਰੀ ਭਰੋ। ਜਦ ਇੰਨੀ ਗੱਲ ਹੋਈ ਤਾਂ ਫਿਰ ਬਿਨਾਂ ਹੀ ਉੱਠੇ ਬਿਨਾਂ ਅੱਖਾਂ ਖੋਲ੍ਹਿਆਂ ਭਾਈ ਸਰਵਣ ਸਿੰਘ ਹੁਣਾਂ ਨੇ ਭਾਈ ਮੱਲ ਸਿੰਘ ਨੂੰ ਆਖਿਆ ਕਿ ਭਾਈ ਅਸੀਂ ਤੈਨੂੰ ਕੀ ਦਸੀਏ, ਸਾਡੇ ਤਾਂ ਅੰਦਰ ਹੀ ਆਸਾ ਦੀ ਵਾਰ ਲੱਗੀ ਹੋਈ ਆ। ਜਦ ਇਹ ਗੱਲ ਹੋਈ ਤਾਂ ਬਾਬੂ ਮੱਲ ਸਿੰਘ ਹੁਣੀ ਜੀ ਬੜੇ ਹੈਰਾਨ ਹੋਏ। ਉੱਥੋਂ ਫਿਰ ਵਾਪਸ ਜਿਹੜੇ ਸੀਗੇ ਭਾਈ ਰਣਧੀਰ ਸਿੰਘ ਹੁਣਾਂ ਦੇ ਪਾਸ ਦੀਵਾਨ ਦੇ ਵਿੱਚ ਆ ਗਏ। ਉਹਨਾਂ ਨੇ ਆ ਕੇ ਭਾਈ ਰਣਧੀਰ ਸਿੰਘ ਹੁਣਾਂ ਨੂੰ ਭਾਈ ਸਰਵਣ ਸਿੰਘ ਹੁਣਾਂ ਦੀ ਸਾਰੀ ਗੱਲ ਦੱਸੀ ਕਿ ਉਹਨਾਂ ਨੇ ਇਸ ਤਰ੍ਹਾਂ ਕਹਿ ਦਿੱਤਾ ਹੈ ਕਿ ਸਾਡੇ ਅੰਦਰ ਹੀ ਬਾਰ ਲੱਗੀ ਹੋਈ ਆ। ਉਸ ਤੋਂ ਬਾਅਦ ਫਿਰ ਬਾਬਾ ਰਣਧੀਰ ਸਿੰਘ ਹੁਣਾਂ ਨੇ ਬਾਬੂ ਮੱਲ ਸਿੰਘ ਦੇ ਨਾਲ ਉਹਨਾਂ ਟਾਈਮਾਂ ਦੇ ਵਿੱਚ ਇੱਕ ਗੁਰਸਿੱਖ ਬੜੇ ਪ੍ਰੇਮੀ ਸੀ ਜਿਹਨਾਂ ਦਾ ਨਾਂ ਸੀ ਕਰਨਲ ਪਿਆਰਾ ਸਿੰਘ, ਦੋਨਾਂ ਨੂੰ ਦੁਬਾਰਾ ਫਿਰ ਭੇਜਿਆ ਕਿ ਤੁਸੀਂ ਜਾ ਕੇ ਕਰੀ ਫਿਰ ਦੁਬਾਰਾ ਬੇਨਤੀ ਕਰੋ। ਫਿਰ ਦੇਖੋ ਦੋਨੇ ਸੱਜਣ ਫਿਰ ਭਾਈ ਸਰਵਣ ਸਿੰਘ ਉਹਨਾਂ ਦੇ ਕੋਲ ਪਹੁੰਚੇ, ਉਹਨਾਂ ਨੂੰ ਫਿਰ ਆਸਾ ਦੀ ਵਾਰ ਦੇ ਦੀਵਾਨ ਦੇ ਵਿੱਚ ਆਉਣ ਦੀ ਬੇਨਤੀ ਕੀਤੀ। ਜਦ ਬੇਨਤੀ ਕੀਤੀ ਤਾਂ ਫਿਰ ਉਹੀ ਜਵਾਬ ਭਾਈ ਸਰਵਣ ਸਿੰਘ ਨੇ ਦਿੱਤਾ ਕਿ ਸਾਡੇ ਤਾਂ ਅੰਦਰ ਹੀ ਵਾਰ ਲੱਗੀ ਹੋਈ ਆ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਇਹਨਾਂ ਪ੍ਰੇਮੀਆਂ ਨੇ ਭਾਈ ਸਰਵਣ ਸਿੰਘ ਨੂੰ ਕਹਿ ਦਿੱਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਇਹ ਜਿਹੜੀ ਆਸਾ ਦੀ ਵਾਰ ਦਾ ਤੁਸੀਂ ਦੀਵਾਨ ਕਹਿੰਦੇ ਸਾਡਾ ਅੰਦਰ ਲੱਗਾ ਹੋਇਆ ਹੈਗਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਗੈਰ ਇਹ ਦੀਵਾਨ ਕਾਹਦਾ ਹੈਗਾ। ਜਦ ਇੰਨੀ ਗੱਲ ਹੋਈ ਆ ਤਾਂ ਉਸ ਟਾਈਮ ਫਿਰ ਭਾਈ ਸਰਵਣ ਸਿੰਘ ਦੀ ਜਿਹੜੀ ਹਉਮੈ ਸੀਗੀ ਥੋੜ੍ਹਾ ਵਿਕਰਾਲ ਰੂਪ ਧਾਰਨ ਕਰ ਗਈ। ਉਹ ਕਹਿਣ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਲੋੜ ਹੈਗੀ ਆ। ਜਦ ਇਹ ਜਵਾਬ ਭਾਈ ਸਰਵਣ ਸਿੰਘ ਨੇ ਭਾਈ ਮੱਲ ਸਿੰਘ ਅਤੇ ਕਰਨਲ ਪ੍ਰਤਾਪ ਸਿੰਘ ਨੂੰ ਕਿਹਾ ਅਤੇ ਦੋਨੇ ਬੜੇ ਹੱਕੇ ਹੋਏ। ਪਰ ਦੁਬਾਰਾ ਫਿਰ ਇਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਫੱਲੇਵਾਲ ਆਪਣੀ ਕੁਟੀਆ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਅਤੇ ਤੁਸੀਂ ਤਾਂ ਇਹ ਕਹਿੰਦੇ ਸੀਗੇ ਕਿ ਇਹ ਮੇਰੀ ਕੁਟੀਆ ਨਹੀਂ ਹੈ, ਇਹ ਸਾਡਾ ਗੁਰਦੁਆਰਾ ਸਾਹਿਬ ਹੈਗਾ। ਜਦ ਇੰਨੀ ਗੱਲ ਹੋਈ ਤਾਂ ਭਾਈ ਸਰਵਣ ਸਿੰਘ ਦੇ ਮਨ ਦੀ ਜਿਹੜੀ ਹਉਮੈ ਸੀ ਉਹ ਹੋਰ ਵੀ ਜਿਹੜਾ ਜਵਾਲਾਮੁਖੀ ਬਣ ਕੇ ਭੜਕ ਉੱਠੀ। ਤਾਂ ਕਹਿਣ ਲੱਗੇ ਦੇਖੋ ਮੈਂ ਹੁਣ ਨਾ ਮੰਦਰ ਨਾ ਮਸਜਿਦ ਨਾ ਗਿਰਜਾ ਨਾ ਚਰਚ ਕਿਸੇ ਵੀ ਚੀਜ਼ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ ਹੈਗਾ, ਅਤੇ ਬਾਕੀ ਤੁਸੀਂ ਮੇਰੀ ਕੁਟੀਆ ਦੀ ਗੱਲ ਕਰਦੇ ਹਾਂ, ਮੈਂ ਫਾਲੇਵਾਲ ਜਾ ਕੇ ਆਪਣੀ ਕੁਟੀਆ ਢਾਹ ਦੇਵਾਂਗਾ ਅਤੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਹਰ ਕੱਢ ਕੇ ਇੱਕ ਪਾਸੇ ਕਰ ਦਿਆਂਗਾ। ਜਦ ਇੰਨੀ ਗੱਲ ਹੋਈ ਆ ਤਾਂ ਬਸ ਇਹ ਬਚਨ ਸੁਣਦੇ ਹੀ ਬਾਬੂ ਮੱਲ ਸਿੰਘ ਅਤੇ ਕਰਨਲ ਪ੍ਰਤਾਪ ਸਿੰਘ ਉਹ ਚੁਕੰਨੇ ਹੋ ਗਏ, ਹੈਰਾਨ ਹੋ ਗਏ ਵੀ ਕਿਹੋ ਜਿਹੇ ਬਚਨ ਜਿਹੜੇ ਉਹ ਭਾਈ ਸਰਵਣ ਸਿੰਘ ਹੁਣਾਂ ਨੇ ਬੋਲ ਦਿੱਤੇ ਆ, ਜਿਹੜੇ ਬ੍ਰਹਮ ਗਿਆਨੀ ਦੀ ਅਵਸਥਾ ਦੇ ਉੱਤੇ ਆਪਣੇ ਆਪ ਨੂੰ ਸਮਝਦੇ ਆ। ਜਦ ਇੰਨੀ ਗੱਲ ਹੋਈ ਇਹਨਾਂ ਨੇ ਆ ਕੇ ਇਹੋ ਹੀ ਬਚਨ ਜਿਹੜੇ ਸੀਗੇ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਨਾਲ ਸੰਗਤਾਂ 'ਚ ਸਾਂਝੇ ਕੀਤੇ ਕਿ ਕਿਵੇਂ ਭਾਈ ਸਰਵਣ ਸਿੰਘ ਹੁਣਾਂ ਨੇ ਇਹ ਬਚਨ ਬੋਲ ਦਿੱਤਾ ਹੈਗਾ ਕਿ ਮੈਂ ਜਿਹੜੀ ਫੱਲੇਵਾਲ ਦੀ ਆਪਣੀ ਕੁਟੀਆ ਹੈਗੀ ਉਹ ਢਾਹ ਕੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਬਾਹਰ ਰੱਖ ਦਿਆਂਗਾ। ਇਹ ਤਾਤਕ ਜਦ ਕੌੜੇ ਬਚਨਾਂ ਦੀ ਗੱਲ ਕੀਤੀ, ਉਸ ਤੋਂ ਬਾਅਦ ਇਹ ਬਚਨ ਸੁਣ ਕੇ ਸਾਰੀ ਸੰਗਤ ਜਿਹੜੀ ਸੀ ਰੋਹਬ ਦੇ ਵਿੱਚ ਆ ਗਈ। ਜਦ ਸੰਗਤ ਰੋਹਬ ਦੇ ਵਿੱਚ ਆਈ ਆ ਉਸ ਤੋਂ ਬਾਅਦ ਫਿਰ ਸੰਗਤ ਨੇ ਇਹੋ ਹੀ ਗੱਲ ਕਹੀ, ਕਹਿਣ ਲੱਗੇ ਵੀ ਭਾਈ ਸਰਵਣ ਸਿੰਘ ਦੀ ਜਿਹੜੀ ਹਉਮੈ ਆ ਨਾ ਇਸ ਨੂੰ ਖਾ ਗਈ ਆ, ਇਹ ਹੁਣ ਫਿੱਟ ਗਿਆ ਹੈਗਾ, ਇਹ ਹੁਣ ਕੁਫਰ ਤੋਲਣ ਲੱਗ ਪਿਆ ਹੈਗਾ। ਇਸ ਕਰਕੇ ਫਿਰ ਸਾਰੀ ਸੰਗਤ ਨੇ ਜਾਣੀ ਕਿ ਇਹ ਫੈਸਲਾ ਕੀਤਾ ਕਿ ਇਸ ਨੂੰ ਹੁਣ ਪੰਥ ਦੇ ਵਿੱਚੋਂ ਛੇਕਿਆ ਜਾਵੇ ਅਤੇ ਇਹਦਾ ਫਿਰ ਮੁਕੰਮਲ ਬਾਈਕਾਟ ਕੀਤਾ ਜਾਵੇ। ਇਹ ਤਾਤਕ ਇਹ ਜਿਹੜਾ ਫਰਮਾਨ ਸੀਗਾ ਸਾਰੀ ਸੰਗਤ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣਾਂ ਨੂੰ ਇੱਕ ਸੁਰ ਦੇ ਵਿੱਚ ਆਖਿਆ ਅਤੇ ਫਿਰ ਬਾਬਾ ਰਣਧੀਰ ਸਿੰਘ ਹੁਣਾਂ ਨੇ ਭਾਈ ਸਰਵਣ ਸਿੰਘ ਹੁਣਾਂ ਨੂੰ ਆਪਣੇ ਜਥੇ ਦੇ ਵਿੱਚੋਂ ਛਾਕ ਦਿੱਤਾ ਅਤੇ ਉਹਦਾ ਮੁਕੰਮਲ ਬਾਈਕਾਟ ਕਰਨ ਦੀ ਸੰਗਤਾਂ ਨੂੰ ਅਪੀਲ ਕਰ ਦਿੱਤੀ। ਜਦ ਅਪੀਲ ਕਰਨ ਤੋਂ ਬਾਅਦ ਸਾਰੀ ਸੰਗਤ ਜਿਹੜੀ ਸੀ ਉਹਨਾਂ ਨੇ ਭਾਈ ਸਰਵਣ ਸਿੰਘ ਹੁਣਾਂ ਤੋਂ ਆਪਣੀ ਜਿਹੜੀ ਉਹ ਪਿੱਠ ਕਰ ਲਈ। ਪਰ ਇਸ ਜਥੇ ਦੇ ਇੱਕ ਦੋ ਪ੍ਰੇਮੀ ਫਿਰ ਵੀ ਭਾਈ ਸਰਵਣ ਸਿੰਘ ਹੁਣਾਂ ਦੇ ਨਾਲ
ਜਿਹੜਾ ਸੀ ਉਹ ਚੋਰੀ ਛਿਪੇ ਮਿਲਾਪ ਕਰਨ ਲੱਗੇ। ਜਦ ਮਿਲਾਪ ਕਰਨ ਲੱਗੇ ਇਸ ਗੱਲ ਦੀ ਭੜਕਿਆ ਸੰਗਤ ਨੂੰ ਪਈ। ਫਿਰ ਸੰਗਤ ਨੇ ਜਿਹੜੀ ਸੀ ਇਹਨਾਂ ਨੇ ਇੱਕ ਦੋ ਪ੍ਰੇਮੀਆਂ ਨੂੰ ਜਿਹੜੀ ਸੀ ਇਹ ਤਾੜਨਾ ਕਰ ਦਿੱਤੀ। ਜਦ ਤਾੜਨਾ ਭਰੇ ਬਚਨ ਕੀਤੇ ਉਸ ਤੋਂ ਬਾਅਦ ਇਹ ਜਿਹੜੇ ਦੋਵੇਂ ਪ੍ਰੇਮੀ ਸੀ ਇਹ ਵੀ ਭਾਈ ਸਰਵਣ ਸਿੰਘ ਹੁਣਾਂ ਦੇ ਪਾਸ ਜਾਣ ਤੋਂ ਸੰਕੋਚ ਕਰਨ ਲੱਗੇ। ਇਸ ਤਰ੍ਹਾਂ ਕਰਦੇ ਕਰਦੇ ਭਾਈ ਸਰਵਣ ਸਿੰਘ ਜਿਹੜੇ ਸੀ ਬਿਲਕੁਲ ਇਕੱਲੇ ਰਹਿ ਗਏ। ਜਦ ਇਕੱਲੇ ਰਹਿ ਗਏ ਉਸ ਤੋਂ ਬਾਅਦ ਭਾਈ ਸਰਵਣ ਸਿੰਘ ਹੁਣਾਂ ਦੀਆਂ ਜਿੰਨੀਆਂ ਵੀ ਰਿੱਧੀਆਂ ਸਿੱਧੀਆਂ ਪ੍ਰਤਾਪ ਸੀਗਾ ਉਹ ਸਾਰਾ ਹੀ ਇੱਕ ਸੈਕਿੰਡ ਦੇ ਵਿੱਚ ਫੁਰ ਹੋ ਗਿਆ। ਜਿਵੇਂ ਕਹਿ ਲਓ ਕਿ ਜਿਵੇਂ ਬਿਜਲੀ ਤੋਂ ਬਗੈਰ ਬਲਬ ਫਿਊਜ਼ ਹੋ ਜਾਂਦਾ, ਇਸ ਤਰ੍ਹਾਂ ਸਾਰਾ ਸਰੀਰ ਜਿਹੜਾ ਸੀਗਾ ਉਹ ਅੰਤਰਾਤਮੀ ਫਿਊਜ਼ ਹੋ ਗਿਆ। ਤਾਂ ਭਾਈ ਸਰਵਣ ਸਿੰਘ ਜਿਹੜੇ ਕਿਸੇ ਟਾਈਮ ਉਸ ਅਰਸ਼ ਦੇ ਉੱਤੇ ਬੁਲੰਦੀਆਂ ਦੇ ਉੱਤੇ ਪਹੁੰਚੇ ਹੋਏ ਸੀ, ਅਚਨਚੇਤ ਸੰਗਤ ਦਾ ਇਹ ਫੈਸਲਾ ਹੁੰਦੇ ਸਾਰੀ ਫਰਸ਼ 'ਤੇ ਡਿੱਗ ਪਏ। ਜਦ ਫਰਸ਼ 'ਤੇ ਡਿੱਗ ਪਏ ਬਸ ਫਿਰ ਕੀ ਸੀ। ਉਸ ਤੋਂ ਬਾਅਦ ਜਿਵੇਂ ਗੁਰਬਾਣੀ ਦਾ ਫਰਮਾਨ ਹੈਗਾ ਕਿ ਨਜ਼ਰ ਉਪੁੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਐਸੀ ਹਾਲਤ ਭਾਈ ਸਰਵਣ ਸਿੰਘ ਹੁਣਾਂ ਦੀ ਹੋ ਗਈ। ਹੁਣ ਜਿੱਥੇ ਵੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣਾਂ ਦਾ ਜਥਾ ਜਿਹੜਾ ਹੈਗਾ ਦੀਵਾਨ ਲਾਉਂਦਾ ਅਤੇ ਉੱਥੇ ਸੰਗਤ ਜੋੜਦੀ ਆ ਅਤੇ ਇਹਨਾਂ ਜੋੜਿਆਂ ਦੇ ਵਿੱਚ ਜਾ ਕੇ ਭਾਈ ਸਰਵਣ ਸਿੰਘ ਹੁਣੀ ਜਿਹੜੇ ਆ ਹੁਣ ਜਾ ਕੇ ਲੰਮੇ ਪੈ ਜਾਂਦੇ ਆ। ਹੁਣ ਲੰਮੇ ਪੈ ਜਾਂਦੇ, ਮਨ ਵਿੱਚ ਬੜਾ ਪਛਤਾਵਾ ਕਰਦੇ ਆ, ਆਪਣੇ ਹੱਥਾਂ 'ਚ ਦੰਦੀਆਂ ਵੜਦੇ ਆ ਕਿ ਮੈਂ ਇਹ ਕੀ ਕਰ ਬੈਠਾ ਹੈਗਾ। ਪਰ ਸੰਗਤ ਹੁਣ ਭਾਈ ਸਰਵਣ ਸਿੰਘ ਹੁਣਾਂ ਦੀ ਕੋਈ ਬਾਤ ਨਹੀਂ ਪੁੱਛਦੀ। ਜਦ ਬਾਤ ਨਹੀਂ ਪੁੱਛਦੀ ਇਸ ਤਰ੍ਹਾਂ ਜਿੱਥੇ ਵੀ ਜਥਾ ਜਾ ਕੇ ਦੀਵਾਨ ਲਾਉਂਦਾ ਉਸੇ ਹੀ ਦੀਵਾਨ ਦੇ ਵਿੱਚ ਜਾ ਕੇ ਭਾਈ ਸਰਵਣ ਸਿੰਘ ਬਾਹਰ ਸੰਗਤ ਦੇ ਜੋੜਿਆਂ 'ਚ ਲੰਮੇ ਪੈ ਜਾਂਦੇ ਆ ਔਰ ਕਹਿਰ ਦੀ ਧੁੱਪ ਦੇ ਵਿੱਚ ਇੰਨੀ ਗਰਮੀ ਆਪਣੇ ਸਰੀਰ 'ਤੇ ਸਹਾਰਦੇ ਆ। ਪਰ ਫਿਰ ਵੀ ਇਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ। ਸੰਗਤ ਇਹਨਾਂ ਨੂੰ ਬੁਲਾਉਂਦੀ ਤੱਕ ਨਹੀਂ ਹੈ। ਸਾਰੀ ਸੰਗਤ ਜਿਹੜੀ ਹੈ ਮੂੰਹ 'ਤੇ ਪੱਲਾ ਲੈ ਕੇ ਕੋਲੋਂ ਦੀ ਲੰਘ ਜਾਂਦੀ ਆ। ਪਰ ਇਹ ਦੇਖ ਕੇ ਫਿਰ ਇੱਕ ਦਿਨ ਭਾਈ ਸਰਵਣ ਸਿੰਘ ਹੁਣਾਂ ਦੇ ਮਨ ਦੇ ਵਿੱਚ ਐਡਾ ਭਾਰਾ ਆਪਣੇ ਮਨ ਦਾ ਪਛਤਾਵਾ ਜਾਗ ਉੱਠਿਆ ਕਿ ਇਹਨਾਂ ਨੇ ਭਰੇ ਦੀਵਾਨ ਦੇ ਵਿੱਚ ਸੰਗਤ ਦੇ ਅੱਗੇ ਹੱਥ ਜੋੜ ਕੇ ਅਪੀਲ ਕੀਤੀ ਕਿ ਮੇਰੇ ਤੋਂ ਜੋ ਗਲਤੀ ਹੋਈ ਹੈ ਨਾ ਮੈਂ ਜਾਣਦਾ ਹੈਗਾ, ਪਰ ਮੈਂ ਹੁਣ ਆਪ ਜੀ ਦੇ ਚਰਨਾਂ 'ਚ ਆਇਆ। ਤੁਸੀਂ ਮੈਨੂੰ ਜੋ ਵੀ ਸਜ਼ਾ ਲਾਹੋ ਮੈਂ ਸਾਰੀ ਸਜ਼ਾ ਭੁਗਤਣ ਵਾਸਤੇ ਤਿਆਰ ਹਾਂ, ਬਸ ਇੱਕ ਵਾਰ ਤੁਸੀਂ ਮੈਨੂੰ ਮਾफ़ ਕਰ ਦਿਓ। ਜਦ ਇਤ ਆਦਿਕ ਬੜੇ ਤਰਲੇ ਭਰੇ ਬਚਨ ਭਾਈ ਸਰਵਣ ਸਿੰਘ ਹੁਣਾਂ ਨੇ ਬਾਬਾ ਰਣਧੀਰ ਸਿੰਘ ਹੁਣਾਂ ਦੇ ਜਥੇ ਦੇ ਸੰਗਤ ਦੇ ਵਿੱਚ ਜਿਹੜੇ ਸੀ ਬੜੀ ਜ਼ੋਰ ਨਾਲ ਕਹੇ। ਪਰ ਉਸ ਟਾਈਮ ਸੰਗਤ ਨੇ ਭਾਈ ਸਰਵਣ ਸਿੰਘ ਹੁਣਾਂ ਦੀ ਦਿਲੀ ਇਹ ਆਵਾਜ਼ ਪਛਾਣ ਕੇ ਇਹ ਕਹਿਤਾ ਕਿ ਵੀ ਠੀਕ ਆ, ਇਸ ਨੂੰ ਹੁਣ ਤਨਖਾਹ ਲਾਈ ਜਾਊਗੀ। ਉਸ ਤੋਂ ਬਾਅਦ ਫਿਰ ਸੰਗਤ ਨੇ ਬੜੀ ਕਰੜੀ ਤਨਖਾਹ ਉਹਨਾਂ ਟਾਈਮਾਂ ਵਿੱਚ ਭਾਈ ਸਰਵਣ ਸਿੰਘ ਨੂੰ ਲਾਈ ਸੀ। ਉਹਨਾਂ ਨੂੰ ਇਹ ਕਹਿਤਾ ਸੀਗਾ ਕਿ ਤੁਸੀਂ ਆਪ ਦੇ ਲਾਗੇ ਸਾਗੇ ਜਿੰਨੇ ਵੀ ਪਿੰਡ ਹੈਗੇ ਆ ਇਹਨਾਂ 5 ਪਿੰਡਾਂ ਦੇ ਵਿੱਚ ਜਾਣਾ ਹੈਗਾ ਔਰ ਜਾਣਾ ਵੀ ਇਸ ਢੰਗ ਦੇ ਨਾਲ ਹੈਗਾ ਕਿ ਇੱਕ ਗਧਾ ਲੈ ਲੈਣਾ, ਗਧੇ ਦੇ ਉੱਤੇ ਆਪਣਾ ਜਿਹੜਾ ਮੂੰਹ ਸਿਰ ਪੂਰਾ ਕਾਲਾ ਕਰਨਾ ਹੈਗਾ ਅਤੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾਉਣਾ ਹੈਗਾ ਅਤੇ ਜਿਸ ਵੀ ਪਿੰਡ ਵਿੱਚੋਂ ਲੰਘਣਾ ਉੱਚੀ ਇਹ ਦਹਾਈ ਪਾਉਣੀ ਆ ਕਿ ਮੈਨੂੰ ਜਥੇ ਦੇ ਵਿੱਚੋਂ ਕਿਉਂ ਛੇਕਿਆ ਗਿਆ ਹੈ, ਮੈਂ ਕੀ ਗਲਤੀ ਕੀਤੀ ਆ। ਜਦ ਇਤ ਆਤਿਕ ਜਿਹੜੇ ਸੀ ਬੜੇ ਕਰੜੇ ਬਚਨ ਸੰਗਤ ਨੇ ਔਰ ਜਥੇ ਨੇ ਸਾਂਝੇ ਕਰਕੇ ਭਾਈ ਸਾਹਿਬ ਹੁਣ ਤਨਖਾਹ ਲਾਈ ਆ। ਬਸ ਫਿਰ ਕੀ ਸੀ, ਭਾਈ ਸਾਹਿਬ ਦੇ ਅੰਦਰ ਮਨ ਦੇ ਵਿੱਚ ਬੜਾ ਚਾਅ ਪੈਦਾ ਹੋਇਆ ਕਿ ਹੁਣ ਮੈਂ ਹਰੇਕ ਤਰ੍ਹਾਂ ਬਖਸ਼ਿਆ ਜਾਊਂਗਾ। ਉਸੇ ਟਾਈਮ ਹੀ ਭਾਈ ਸਰਵਣ ਸਿੰਘ ਹੁਣਾਂ ਨੇ ਫੱਲੇਵਾਲ ਇੱਕ ਕਿਸੇ ਵਿਅਕਤੀ ਤੋਂ ਗਧਾ ਲੈ ਲਿਆ। ਜਦ ਗਧਾ ਲੈ ਲਿਆ ਤਾਂ ਉਸ ਤੋਂ ਬਾਅਦ ਜਿਹੜੀ ਲੋਹ ਦੀ ਕਾਲਕ ਸੀ ਉਸ ਨੂੰ ਤੇਲ ਦੇ ਵਿੱਚ ਪੂਰੀ ਤਰ੍ਹਾਂ ਡੁਬੋ ਕੇ ਆਪਣਾ ਚਿਹਰਾ ਤਾਂ ਪਿੰਡਾ ਪੂਰੀ ਤਰ੍ਹਾਂ ਕਾਲਾ ਕਰ ਲਿਆ ਅਤੇ ਗਲ ਦੇ ਵਿੱਚ ਫਿਰ ਜੁੱਤੀਆਂ ਦਾ ਹਾਰ ਪਾਇਆ ਅਤੇ ਜੁੱਤੀਆਂ ਦਾ ਹਾਰ ਪਾ ਕੇ ਗਧੇ 'ਤੇ ਸਵਾਰ ਹੋ ਗਏ। ਫਿਰ ਭਾਈ ਸਰਵਣ ਸਿੰਘ ਜਦ ਨਿਕਲੇ ਤਾਂ ਦੁਨੀਆ ਦੇਖ ਕੇ ਦੰਗ ਰਹਿ ਗਈ ਉਹਨਾਂ ਦੀ। ਅਤੇ ਉਸ ਤੋਂ ਬਾਅਦ ਭਾਈ ਸਰਵਣ ਸਿੰਘ ਨੇ ਸਭ ਤੋਂ ਪਹਿਲਾਂ ਫੱਲੇਵਾਲ ਪਿੰਡ ਦਾ ਆਪਣੇ ਦਾ ਚੱਕਰ ਮਾਰਿਆ ਅਤੇ ਜਿੱਥੇ ਵੀ ਲੋਕ ਜਿਹੜੇ ਸੀ ਇਹਨਾਂ ਨੂੰ ਦੇਖਦੇ ਹੁੰਦੇ ਸੀ ਉਹਨਾਂ ਨੂੰ ਉੱਚੀ ਆਖਦੇ ਹੁੰਦੇ ਸੀ ਕਿ ਕਿਵੇਂ ਮੇਰੇ ਮੂੰਹੋਂ ਜਿਹੜੇ ਆ ਇਹ ਮਹਾ ਕੁਫਰ ਵਾਲੇ ਬੋਲ ਨਿਕਲੇ ਆ ਅਤੇ ਸੰਗਤ ਮੈਨੂੰ ਪਿੱਠ ਦੇ ਚੁੱਕੀ ਆ। ਇਸ ਕਰਕੇ ਆਪਣੇ ਗੁਨਾਹ ਸੰਗਤ ਨੂੰ ਦੱਸਦੇ ਹੋਏ ਪਹਿਲਾਂ ਫਾਲੇਵਾਲ ਪਿੰਡ ਗਏ, ਉਸ ਤੋਂ ਬਾਅਦ ਫਿਰ ਗੁੱਜਰਵਾਲ ਪਿੰਡ ਗਏ, ਇਸ ਤੋਂ ਬਾਅਦ ਫਿਰ ਨਰੰਗਵਾਲਾ ਵਾਲੇ ਪਿੰਡ ਗਏ, ਉਸ ਤੋਂ ਬਾਅਦ ਫਿਰ ਭਾਈ ਸਰਵਣ ਸਿੰਘ ਲੋਹਗੜ੍ਹ ਪਿੰਡ ਗਏ, ਉਸ ਤੋਂ ਬਾਅਦ ਅਖੀਰ 'ਚ ਮਹਿਮਾ ਸਿੰਘ ਵਾਲਾ ਪਿੰਡ ਇੱਦਾਂ ਤੱਕ ਸਾਰਿਆਂ 'ਚ ਜਾ ਕੇ ਜਦ ਭਾਈ ਸਰਵਣ ਸਿੰਘ ਹੋਣਾ ਨੇ ਇਸ ਹਾਲਤ ਵਿੱਚ ਦਹਾਈ ਪਾਈ ਸੀ ਅਤੇ ਸੰਗਤਾਂ ਨੇ ਜਦ ਭਾਈ ਸਰਵਣ ਸਿੰਘ ਹੋਣਾ ਦੀ ਬੇਬਲਤਾ ਦੇਖੀ ਸੀ ਅਤੇ ਕਈਆਂ ਦੇ ਅੱਖਾਂ ਦੇ ਵਿੱਚ ਜਿਹੜੇ ਸੀ ਉਹ ਹੰਝੂ ਬਹਿ ਤੁਰੇ ਸੀਗੇ। ਐਸੀ ਹਾਲਤ ਜਿਹੜੀ ਸੀ ਉਹਨਾਂ ਟਾਈਮਾਂ ਦੇ ਵਿੱਚ ਭਾਈ ਸਰਵਣ ਸਿੰਘ ਹੋਣਾ ਦੀ ਹੋਈ ਸੀ। ਔਰ ਉਸ ਤੋਂ ਬਾਅਦ ਜਦ ਇਹਨਾਂ ਸਾਰੇ ਪਿੰਡਾਂ ਦਾ ਚੱਕਰ ਲਾ ਕੇ ਭਾਈ ਸਾਹਿਬ ਭਾਈ ਸਰਵਣ ਸਿੰਘ ਜੀ ਨਰੰਗਾਬਾਦ ਬਾਬਾ ਰਣਧੀਰ ਸਿੰਘ ਉਹਨਾਂ ਦੇ ਗ੍ਰਹਿ ਦੇ ਵਿਖੇ ਪਹੁੰਚੇ ਸੀ ਅਤੇ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਨੂੰ ਦੇਖਣ ਵਾਸਤੇ ਬਹੁਤ ਸਾਰੀ ਸੰਗਤ ਨਰੰਗਾਬਾਦ ਦੀ ਇਕੱਠੀ ਹੋ ਕੇ ਬਾਬਾ ਰਣਧੀਰ ਸਿੰਘ ਦੇ ਗ੍ਰਹਿ ਦੇ ਵਿੱਚ ਪਹਿਲਾਂ ਪਹੁੰਚ ਗਈ ਸੀ। ਅਤੇ ਜਿਉਂ ਹੀ ਭਾਈ ਸਰਵਣ ਸਿੰਘ ਜਿਹੜੇ ਸੀ ਉਹ ਗੱਦੇ 'ਤੇ ਸਵਾਰ ਹੋ ਗਏ, ਇਸੇ ਹੀ
ਤਨਖਾਹ ਵਾਲੀ ਸਜ਼ਾ ਦੇ ਰੂਪ ਦੇ ਵਿੱਚ ਜਦ ਪੇਸ਼ ਹੋਇਆ ਤੇ ਬਾਬਾ ਰਣਧੀਰ ਸਿੰਘ ਹੁਣਾਂ ਦੇ ਘਰੋਂ ਮਾਤਾ ਪੰਜਾਬ ਕੌਰ ਜੀ ਹੁਣਾਂ ਨੇ ਜਦ ਭਾਈ ਸਰਵਣ ਸਿੰਘ ਹੁਣਾਂ ਦੀ ਇਹ ਹਾਲਤ ਦੇਖੀ ਸੀ ਤੇ ਉਸੇ ਟਾਈਮ ਮਾਤਾ ਪੰਜਾਬ ਕੌਰ ਜੀ ਦਾ ਜਿਹੜਾ ਹਿਰਦਾ ਸੀਗਾ ਪੂਰੀ ਤਰ੍ਹਾਂ ਦਰਬ ਗਿਆ ਸੀ। ਉਹਨਾਂ ਨੇ ਜਾ ਕੇ ਭੱਜ ਕੇ ਉਸੇ ਟਾਈਮ ਭਾਈ ਸਰਵਣ ਸਿੰਘ ਹੁਣਾਂ ਨੂੰ ਜਾ ਕੇ ਆਪਣੇ ਕਲਾਬੇ 'ਚ ਲੈ ਲਿਆ ਸੀਗਾ। ਜਦ ਕਲਾਬੇ 'ਚ ਲੈ ਲਿਆ ਸੀਗਾ ਤਾਂ ਫਿਰ ਆਪ ਮਾਤਾ ਜੀ ਨੇ ਜਿਹੜੀ ਸੀ ਸੰਗਤ ਸਮੇਤ ਭਾਈ ਸਰਵਣ ਸਿੰਘ ਹੁਣਾਂ ਨੂੰ ਸਾਰੀ ਸੰਗਤ ਦੇ ਵਿੱਚ ਪੇਸ਼ ਕੀਤਾ। ਜਦ ਸੰਗਤ 'ਚ ਪੇਸ਼ ਕੀਤਾ ਇਹਨਾਂ ਦੀ ਇਹ ਹਾਲਤ ਦੇਖ ਕੇ ਸੰਗਤ ਦੇ ਕਈ ਪ੍ਰੇਮੀਆਂ ਦੇ ਜਿਹੜੇ ਸੀਗੀਆਂ ਉਹ ਹਿਰਦੇ ਦਰਬ ਗਏ ਤੇ ਬਹੁਤ ਸਾਰੇ ਪ੍ਰੇਮੀ ਭੁੱਬਾ ਮਾਰ ਮਾਰ ਕੇ ਰੋਏ ਸੀ। ਦੇਖੋ ਉਸ ਤੋਂ ਬਾਅਦ ਫਿਰ ਸੰਗਤ ਨੇ ਇਹ ਆਖਿਆ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਇਸ਼ਨਾਨ ਕਰਾਓ, ਨਵੇਂ ਵਸਤਰ ਪਹਿਨਾਓ। ਔਰ ਜਿਵੇਂ ਸੰਗਤ ਨੇ ਕਿਹਾ ਉਸੇ ਤਰ੍ਹਾਂ ਇਹਨਾਂ ਨੂੰ ਇਸ਼ਨਾਨ ਕਰਾਇਆ ਗਿਆ, ਨਵੇਂ ਵਸਤਰ ਪਹਿਨੇ ਗਏ। ਉਸ ਤੋਂ ਬਾਅਦ ਸਾਰੀ ਸੰਗਤ ਨੇ ਭਾਈ ਸਰਵਣ ਸਿੰਘ ਹੁਣਾਂ ਦਾ ਜਿਹੜੀ ਇਹ ਤਨਖਾਹਨਾਮਾ ਲਾਇਆ ਸੀ ਇਸ ਤੋਂ ਮਾਫੀ ਦੀ ਅਰਦਾਸ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਕੀਤੀ। ਤੇ ਜੋ ਹੀ ਚਰਨਾਂ 'ਚ ਅਰਦਾਸ ਕੀਤੀ, ਅਰਦਾਸ ਕਰਨ ਤੋਂ ਬਾਅਦ ਜੋ ਹੀ ਸੰਗਤ ਨੇ ਬੜੇ ਭਰਵੇਂ ਜਕਾਰੇ ਜਿਹੜੇ ਸੀ ਭਾਈ ਸਰਵਣ ਸਿੰਘ ਹੁਣਾਂ ਦੇ ਪੱਖ 'ਚ ਛੱਡੇ। ਉਸ ਟਾਈਮ ਦੱਸ ਦਿਓ ਕਿ ਭਾਈ ਸਰਵਣ ਸਿੰਘ ਹੁਣਾਂ ਦੀ ਜਿਹੜੀ ਚਿਹਰੇ ਦੀ ਲਾਲੀ ਸੀਗੀ ਉਹ 10 ਗੁਣਾ ਭੱਖ ਗਈ ਸੀ। ਜਦ 10 ਗੁਣਾ ਭੱਖ ਗਈ ਸੀ ਉਸ ਤੋਂ ਬਾਅਦ ਭਾਈ ਸਰਵਣ ਸਿੰਘ ਹੁਣਾਂ ਦੇ ਅੰਦਰ ਜਿਹੜੀ ਕਾਲ ਪੁਰਖ ਦੇ ਜੋਤ ਦੀ ਪ੍ਰਕਾਸ਼ ਸੀਗਾ ਉਹ ਹਿਰਦੇ ਦੇ ਵਿੱਚ ਪਹਿਲਾਂ ਵਾਂਗੂ ਕਈ ਗੁਣਾ ਵਧਿਕ ਹੋ ਕੇ ਠਾਠਾ ਮਾਰਨ ਲੱਗਾ ਸੀਗਾ। ਜਦ ਐਸੀ ਹਾਲਤ ਭਾਈ ਸਰਵਣ ਸਿੰਘ ਦੀ ਦੁਬਾਰਾ ਹੋ ਗਈ ਸੀ, ਮੁੜ ਕੇ ਫਿਰ ਭਾਈ ਸਰਵਣ ਸਿੰਘ ਜਿਹੜੇ ਸੀ ਉਹ ਚੜ੍ਹਦੀਆਂ ਕਲਾਂ ਦੇ ਵਿੱਚ ਆ ਗਏ ਸੀ ਤੇ ਉਹਨਾਂ ਦੇ ਰੂਹ ਦੇ ਵਿੱਚ ਅੰਗ ਅੰਗ ਦੇ ਅੰਦਰ ਜਿਹੜਾ ਸੀ ਪ੍ਰਕਾਸ਼ ਉਹਨਾਂ ਟਾਈਮਾਂ ਦੇ ਵਿੱਚ ਠਾਠਾ ਮਾਰਿਆ ਸੀ। ਉਸ ਤੋਂ ਬਾਅਦ ਭਾਈ ਸਰਵਣ ਸਿੰਘ ਇਹ ਸਰਬਲੋ ਖਾਲਸਾ ਦੀ ਰਹਿ ਦੇ ਵਿੱਚ ਪੂਰੀ ਤਰ੍ਹਾਂ ਫਿਰ ਆਪਣੇ ਆਪ 'ਚ ਪਰਪੱਕ ਹੋ ਗਏ ਸੀਗੇ ਤੇ ਇਹਨਾਂ ਨੇ ਫਿਰ ਜਿਹੜਾ ਆਪਣਾ ਜੀਵਨ ਮੁੜ ਕੇ ਫਿਰ ਇੱਕ ਫਰਸ਼ ਤੋਂ ਅਰਸ਼ ਵੱਲ ਜਿਹੜਾ ਸੀਗਾ ਉਹ ਦੁਬਾਰਾ ਫਿਰ ਖਿੱਚ ਲਿਆ ਸੀਗਾ। ਔਰ ਕਿਸੇ ਨੂੰ ਇਹ ਉਮੀਦ ਨਹੀਂ ਸੀਗੀ ਕਿ ਭਾਈ ਸਰਵਣ ਸਿੰਘ ਜਿਨ੍ਹਾਂ ਟਾਈਮਾਂ ਦੇ ਸੰਗਤ ਨੇ ਤਨਖਾਹ ਲਈ ਸੀ ਕਿ ਇਹ ਦੁਬਾਰਾ ਉੱਠ ਸਕਣ, ਪਰ ਕਿਵੇਂ ਭਾਈ ਸਰਵਣ ਸਿੰਘ ਉਹਨੇ ਆਪਣੇ ਆਪ ਨੂੰ ਬਖਸ਼ਾਉਣ ਲਈ ਸੰਗਤ ਦੀ ਬਹੁਤ ਕਰੜੀ ਜਿਹੜੀ ਤਨਖਾਹ ਲਾਈ ਸੀ ਉਸ ਦੇ ਵਿੱਚ ਦੁਬਾਰਾ ਸੰਗਤ ਦੀ ਖੁਸ਼ੀ ਹਾਸਲ ਕੀਤੀ ਆ ਤੇ ਮੁੜ ਕੇ ਫਿਰ ਇੱਕ ਫਰਸ਼ ਤੋਂ ਅਰਸ਼ ਦੀਆਂ ਬੁਲੰਦੀਆਂ 'ਤੇ ਪਹੁੰਚ ਗਏ ਸੀਗੇ। ਇਸ ਤਰ੍ਹਾਂ ਫਿਰ ਭਾਈ ਸਰਵਣ ਸਿੰਘ ਹੁਣਾਂ ਦੀ ਜਿਹੜੀ ਚੜ੍ਹਦੀ ਕਲਾ ਦੁਬਾਰਾ ਹੋਈ ਸੀ। ਉਸ ਤੋਂ ਬਾਅਦ ਫਿਰ ਬਾਬਾ ਰਣਧੀਰ ਸਿੰਘ ਹੁਣੀ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਜਦ 1930 ਤੋਂ ਬਾਅਦ ਜੇਲ੍ਹ ਤੋਂ ਰਿਹਾ ਹੋ ਕੇ ਬਾਹਰ ਆਏ ਸੀ, ਪਰ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਭਾਈ ਸਰਵਣ ਸਿੰਘ ਜਿਹੜੇ ਸੀਗੇ ਉਹ ਸੱਚਖੰਡ ਪਿਆਨਾ ਕਰ ਗਏ ਸੀ। ਸੋ ਐਸੇ ਸੀਗੇ ਭਾਈ ਸਰਵਣ ਸਿੰਘ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਉੱਚੀਆਂ ਬੁਲੰਦੀਆਂ ਦੇ ਉੱਤੇ ਪਹੁੰਚ ਕੇ ਦੁਬਾਰਾ ਫਿਰ ਹਉਮੈ ਦੀ ਧੂਲ ਦੇ ਨਾਲ ਚੜ੍ਹਦੀਆਂ ਕਲਾਂ 'ਚੋਂ ਢਹਿੰਦੀਆਂ ਕਲਾਂ 'ਚ ਆਏ ਔਰ ਫਿਰ ਸੰਗਤ ਦੇ ਬਖਸ਼ਿਸ਼ ਦੇ ਨਾਲ ਦੁਬਾਰਾ ਫਿਰ ਦੇਖੋ ਕਿਵੇਂ ਫਿਰ ਢਹਿੰਦੀਆਂ ਕਲਾਂ ਤੋਂ ਫਿਰ ਚੜ੍ਹਦੀਆਂ ਕਲਾਂ 'ਚ ਪਹੁੰਚ ਗਏ। ਇਹੋ ਜਿਹਾ ਜਿਹੜਾ ਕੰਮ ਕੇਵਲ ਤੇ ਕੇਵਲ ਭਾਈ ਸਰਵਣ ਸਿੰਘ ਹੋਣਾ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਪਰਉਪਕਾਰੀ ਕਰ ਸਕਦੇ ਆ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਗੁਰਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਅਟ ਭੀੜੀ, ਉੱਥੇ ਟਿਕੇ ਨਾ ਪੁਨਹਣ ਚੱਲ ਨਾ ਸਕੇ ਉੱਪਰ ਕੀੜੀ। ਸੋ ਦੱਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।